ਅਧਿਆਏ ਸ਼ੁਰੂ ਦੇ 2 ਵਚਨ। ਜਦ ਯਹੂਦ ਮਰ ਗਿਆ ਤਾਂ ਇਜ਼ਰਾਈਲੀਆਂ ਨੇ ਫਿਰ ਤੋਂ ਯਹੋਵਾ ਦੀਆਂ ਨਜ਼ਰਾਂ 'ਚ ਬੁਰਾ ਕੀਤਾ। ਇਸ ਲਈ ਯਹੋਵਾ ਨੇ ਉਹਨਾਂ ਨੂੰ ਹਸੋਰ 'ਚ ਰਹਿਣ ਵਾਲੇ ਰਾਜਾ ਯਾਬੀਨ ਦੇ ਅਧੀਨ ਕਰ ਦਿੱਤਾ ਸੀ। ਤੀਸਰਾ, ਇਜ਼ਰਾਈਲੀਆਂ ਨੇ ਯਹੋਵਾ ਨੂੰ ਪੁਕਾਰਿਆ ਕਿਉਂਕਿ ਸਿਸਰਾ ਦੇ ਕੋਲ ਲੋਹੇ ਦੇ 900 ਰਥ ਸੀ ਅਤੇ ਉਹ ਇਜ਼ਰਾਈਲੀਆਂ ਤੇ 20 ਸਾਲਾਂ ਤੱਕ ਬਹੁਤ ਹੀ ਜ਼ੁਲਮ ਕਰਦਾ ਰਿਹਾ। ਪਹਿਲੇ ਵਚਨ 'ਚ ਕੀ ਲਿਖਿਆ? ਯਹੂਦ ਦੇ ਮਰਨ ਤੋਂ ਬਾਅਦ ਇਜ਼ਰਾਈਲੀਆਂ ਨੇ ਫਿਰ ਯਹੋਵਾ ਦੀਆਂ ਨਜ਼ਰਾਂ 'ਚ ਬੁਰਾ ਕੰਮ ਕੀਤਾ। ਤੀਸਰੇ ਅਧਿਆਏ 12ਵੇਂ ਵਚਨ ਵਿੱਚ ਫਿਰ ਤੋਂ ਬੁਰਾ ਕੰਮ ਕੀਤਾ। ਇਹਨਾਂ ਗੱਲਾਂ ਨੂੰ ਧਿਆਨ ਦੇ ਨਾਲ ਸੁਣੋ। ਫਿਰ ਬੁਰਾ ਕੰਮ ਕੀਤਾ, ਫਿਰ ਤੋਂ ਪਾਪਮੇ ਕੰਮ ਕਰਨਾ। ਇਸ ਤਰ੍ਹਾਂ ਤੁਹਾਡੇ ਵਿੱਚੋਂ ਕਿੰਨਿਆਂ ਦੇ ਜੀਵਨ ਦੇ ਵਿੱਚ ਹੈ? ਇੱਕ ਵਾਰ ਸੋਚੋ, ਜੀਵਨ ਥੋੜਾ ਜਿਹਾ ਮਜ਼ਬੂਤ ਹੋਣ ਦੀ ਦੇਰੀ ਆ, ਫਿਰ ਤੋਂ ਬੁਰਾਈ ਕਰਦੇ ਆ। ਸਭ ਕੁਝ ਠੀਕ ਹੋਣ ਦੀ ਦੇਰੀ ਆ, ਫਿਰ ਤੋਂ ਪਾਪ ਕਰਦੇ ਹੋ। ਪਰਮੇਸ਼ਵਰ ਤੁਹਾਡੇ ਤੇ ਤਰਸ ਕਰਦਾ ਹੈ, ਤੁਸੀਂ ਹੋਰ ਪਾਪ ਕਰਦੇ ਹੋ। ਹੈ ਕੋਈ ਸਾਡੇ ਵਿਚਕਾਰ ਬਾਰ-ਬਾਰ ਪਾਪ ਕਰਨ ਵਾਲੇ ਅਤੇ ਪਾਪ ਨੂੰ ਵਧਾਉਣ ਵਾਲੇ? ਇੱਕ ਵਾਰ ਪਰਮੇਸ਼ਵਰ ਕੋਲ ਆ ਕੇ ਦੁਹਾਈ ਦੇ ਕੇ ਉੱਤਰ ਪਾ ਕੇ ਬਾਰ-ਬਾਰ ਗਲਤ ਕੰਮ ਕਰਨ ਵਾਲੇ, ਬਾਰ-ਬਾਰ ਪਾਪਮੇ ਕੰਮਾਂ ਨੂੰ ਕਰਨ ਵਾਲੇ, ਹੋਰ ਵੀ ਜ਼ਿਆਦਾ ਪਾਪ ਕਰਨ ਵਾਲਾ ਕੋਈ ਹੈ ਤਾਂ ਸੁਣੋ। ਅਕਾਲ ਕਿਉਂ ਪੈਂਦਾ ਤੁਹਾਨੂੰ ਦੱਸ ਰਿਹਾ ਹਾਂ। ਇਸ ਤਰ੍ਹਾਂ ਪਰਮੇਸ਼ਵਰ ਦੇ ਵਿਰੁੱਧ ਚੱਲਣ ਵਾਲੇ ਕੁਝ ਸਮੇਂ ਪਰਮੇਸ਼ਵਰ ਨਾਲ ਰਹਿ ਕੇ ਭਰੋਸਾ ਦਿਲਵਾ ਕੇ ਪਰਮੇਸ਼ਵਰ ਤੋਂ ਮਦਦ ਪਾ ਕੇ ਉੱਤਰ ਮਿਲਣ ਤੋਂ ਬਾਅਦ ਪਰਮੇਸ਼ਵਰ ਨੂੰ ਛੱਡ ਕੇ ਭੁੱਲ ਕੇ ਸੰਸਾਰ ਦੇ ਵਿੱਚ ਜੀਣ ਵਾਲੇ ਹਰ ਰੋਜ਼ ਆਪਣੀ ਸਜ਼ਾ ਵਧਾ ਰਹੇ ਆ। 8 ਸਾਲ, 18 ਸਾਲ, 20 ਸਾਲ। ਆਓ 13ਵਾਂ ਅਧਿਆਏ। ਇਜ਼ਰਾਈਲੀਆਂ ਨੇ ਫਿਰ ਤੋਂ ਯਹੋਵਾ ਦੀਆਂ ਨਜ਼ਰਾਂ 'ਚ ਬੁਰਾ ਕੀਤਾ, ਇਸ ਲਈ ਯਹੋਵਾ ਨੇ ਉਸ ਨੂੰ ਫਲਿਸਤੀਆਂ ਦੇ ਵਸ ਦੇ ਵਿੱਚ 40 ਸਾਲਾਂ ਦੇ ਲਈ ਕਰਤਾ। ਹੁਣ ਕਿੰਨੇ ਸਾਲ? 40 ਸਾਲ। ਕੀ ਕੀਤਾ? ਫਲਿਸਤੀਆਂ ਦੇ ਵਸ ਵਿੱਚ ਕਰ ਦਿੱਤਾ। ਪਹਿਲਾਂ ਕਿੰਨੇ ਤੋਂ ਸਟਾਰਟ ਕੀਤਾ? 8 ਸਾਲ ਤੋਂ ਸ਼ੁਰੂਆਤ ਕੀਤੀ। ਜਦ ਉਹਨਾਂ ਨੇ ਆਗਿਆ ਨਾ ਮੰਨੀ, ਸਜ਼ਾ ਫਿਰ ਤੋਂ ਵਧਾ ਦਿੱਤੀ। ਜਦ ਆਗਿਆ ਨਾ ਮੰਨੀ, ਸਜ਼ਾ 20 ਸਾਲ ਵਧਾਤੀ। ਫਿਰ ਵੀ ਆਗਿਆ ਜਦ ਨਾ ਮੰਨੀ, 40 ਸਾਲ। 40 ਸਾਲ ਜੋ ਹੈ ਆਮ ਤੌਰ ਤੇ ਪਰਿਪੂਰਨਤਾ ਨੂੰ ਵਿਖਾਉਂਦਾ ਹੈ। ਹੁਣ ਇਜ਼ਰਾਈਲੀ ਲੋਕ 40 ਸਾਲ ਫਲਿਸਤੀਆਂ ਦੇ ਵਸ ਦੇ ਵਿੱਚ ਗੁਲਾਮ ਹੋ ਕੇ ਚੱਲੇ। ਸਜ਼ਾ ਪਾਉਣ ਦੇ ਬਾਵਜੂਦ ਵੀ ਉਹਨਾਂ ਵਿੱਚ ਕੋਈ ਵੀ ਬਦਲਾਵ ਨਹੀਂ ਆਇਆ। ਪਤਾ ਨਹੀਂ ਕੁਝ ਲੋਕ ਪਰਮੇਸ਼ਵਰ ਕਿੰਨੀ ਵੀ ਸਜ਼ਾ ਦਵੇ ਉਹ ਬਦਲਦੇ ਨਹੀਂ ਆ। ਕਿੰਨੀ ਵੀ ਸਜ਼ਾ ਦਵੇ ਉਹ ਬਦਲਦੇ ਨਹੀਂ ਆ ਅਤੇ ਉਹਨਾਂ ਦੇ ਜੀਵਨ 'ਚ ਨਿਰਾਸ਼ਾਵਾਂ, ਪਰੇਸ਼ਾਨੀਆਂ ਪਿੱਛਾ ਕਰਦੀਆਂ ਰਹਿੰਦੀਆਂ। ਕਿੰਨੀ ਵੀ ਮਿਹਨਤ ਕਰੋ ਪ੍ਰਤੀਫਲ ਨਹੀਂ ਮਿਲਦਾ। ਕਿੰਨੀ ਵੀ ਮਿਹਨਤ ਕਰੋ ਕੁਝ ਵੀ ਹਾਸਲ ਨਹੀਂ ਹੁੰਦਾ। ਕਿੰਨੀ ਵੀ ਲਾਗਤ ਲਾਓ 1 ਵੀ ਰੁਪਇਆ ਬਚਦਾ ਨਹੀਂ ਆ। ਫਿਰ ਵੀ ਇਹ ਲੋਕ ਪਰਮੇਸ਼ਵਰ ਦੇ ਵੱਲ ਨਹੀਂ ਮੁੜਦੇ। ਪਰਮੇਸ਼ਵਰ ਨੇ ਪਹਿਲਾਂ ਇਹਨਾਂ ਨੂੰ ਗੁਲਾਮ ਬਣਾ ਕੇ ਸਜ਼ਾ ਦਿੱਤੀ ਸੀ, ਫਿਰ ਵੀ ਇਹਨਾਂ 'ਚ ਬਦਲਾਵ ਨਹੀਂ ਆਇਆ ਅਤੇ ਹੁਣ ਆਖਰ 'ਚ ਅਕਾਲ, ਭਿਆਨਕ ਅਕਾਲ ਪੈ ਗਿਆ। ਅਕਾਲ ਕਿਉਂ ਪੈਂਦਾ ਹੈ? ਪੈਣ ਦਾ ਕਾਰਨ ਕੀ ਆ, ਮੈਂ ਤੁਹਾਨੂੰ ਜਲਦੀ ਨਾਲ ਦੱਸਾਂਗਾ। ਆਓ ਲੇਵੀਆਂ ਦੀ ਕਿਤਾਬ 26 ਅਧਿਆਏ 14ਵਾਂ ਵਚਨ। ਜੇ ਤੁਸੀਂ ਮੇਰੀ ਨਾ ਸੁਣੋਗੇ, ਇਹਨਾਂ ਆਗਿਆਵਾਂ ਨੂੰ ਨਾ ਮੰਨੋਗੇ, ਜੇ ਮੇਰੀਆਂ ਆਗਿਆਵਾਂ ਨੂੰ ਨਾ ਮੰਨੋਗੇ,
ਸੁਣੋ, ਜੇ ਕੋਈ ਮੇਰੀ ਆਗਿਆ ਨਾ ਮੰਨੇਗਾ, ਮੇਰੇ ਕਹੇ ਅਨੁਸਾਰ ਨਾ ਚੱਲੇਗਾ, ਮਨ ਮਰਜ਼ੀ ਕਰੋਗੇ ਤਾਂ ਸਜ਼ਾ ਦਿਆਂਗਾ। ਇਹੀ ਨਿਆਂਇਆਂ ਦੀ ਕਿਤਾਬ 'ਚ ਵੇਖਿਆ, ਇਹ ਸਾਰੇ ਆਪਣੀਆਂ ਮਨ ਮਰਜ਼ੀਆਂ ਕਰ ਰਹੇ ਸੀ ਅਤੇ ਫਿਰ ਕੀ ਹੋਇਆ? ਅਕਾਲ ਪੈ ਗਿਆ। ਆਦਮ ਤੇ ਹਵਾ ਨੇ ਪਰਮੇਸ਼ਵਰ ਦੀ ਆਗਿਆ ਨਹੀਂ ਮੰਨੀ, ਪਰਮੇਸ਼ਵਰ ਤੋਂ ਦੂਰ ਹੋ ਗਏ। ਅਦਨ ਦੇ ਬਗੀਚੇ 'ਚ ਕੋਈ ਕਮੀ ਨਹੀਂ ਸੀ। ਪਰਮੇਸ਼ਵਰ ਨੇ ਖੁਸ਼ਹਾਲੀ ਦੇ ਨਾਲ ਅਦਨ ਦੇ ਬਗੀਚੇ ਦੇ ਵਿੱਚ ਫਲ ਦਿੱਤੇ। ਉਹ ਕੁਝ ਵੀ ਖਾ ਸਕਦੇ ਸੀ। ਜਿਵੇਂ ਹੀ ਉਹਨਾਂ ਨੇ ਪਰਮੇਸ਼ਵਰ ਦੀ ਆਗਿਆ ਨੂੰ ਤੋੜਿਆ, ਖੁਸ਼ਹਾਲੀ 'ਚੋਂ, ਸਾਰੀਆਂ ਬਰਕਤਾਂ ਤੋਂ, ਪਰਮੇਸ਼ਵਰ ਦੀ ਸੰਗਤੀ ਤੋਂ, ਪਰਮੇਸ਼ਵਰ ਦੇ ਦਿੱਤੇ ਆਨੰਦ ਵਿੱਚੋਂ ਉਹ ਬਾਹਰ ਕੱਢ ਦਿੱਤੇ ਗਏ, ਖਦੇੜ ਦਿੱਤੇ ਗਏ। ਕੰਡੇ ਅਤੇ ਊਠ ਕਟਾਰਾਂ ਵਿਚਕਾਰ ਜੇ ਕੜੀ ਮਿਹਨਤ ਕਰੋਗੇ ਤਾਂ ਹੀ ਖਾ ਸਕੋਗੇ, ਐਸੇ ਹਾਲਾਤਾਂ 'ਚ ਪਹੁੰਚ ਗਏ। ਕਾਰਨ ਕੀ ਸੀ? ਉਹਨਾਂ ਦਾ ਪਾਪ। ਪਾਪ ਇਨਸਾਨ ਨੂੰ ਪਰਮੇਸ਼ਵਰ ਤੋਂ ਦੂਰ ਕਰ ਦਿੰਦਾ। ਪਾਪ ਇਨਸਾਨ ਨੂੰ ਪਰਮੇਸ਼ਵਰ ਦੀ ਹਜ਼ੂਰੀ ਤੋਂ ਦੂਰ ਕਰ ਦਿੰਦਾ ਹੈ। ਪਾਪ ਇਨਸਾਨ ਨੂੰ ਉਹਦੀ ਸ਼ਾਂਤੀ ਤੋਂ ਦੂਰ ਕਰ ਦਿੰਦਾ ਹੈ। ਪਾਪ ਇਨਸਾਨ ਨੂੰ ਪਰਮੇਸ਼ਵਰ ਦੀ ਸੰਗਤੀ ਤੋਂ ਦੂਰ ਕਰ ਦਿੰਦਾ ਹੈ, ਖੁਸ਼ੀ ਦੂਰ ਕਰ ਦਿੰਦਾ ਹੈ। ਆਦਮ ਤੇ ਹਵਾ ਦੇ ਜੀਵਨ ਦੇ ਵਿੱਚ ਇਹ ਸਭ ਵੇਖਦੇ ਹਾਂ। ਪਰਮੇਸ਼ਵਰ ਕਹਿ ਰਿਹਾ, ਜੇ ਤੁਸੀਂ ਮੇਰੀ ਆਗਿਆ ਨਾ ਮੰਨੋਗੇ ਅਤੇ ਮਨ ਮਰਜ਼ੀਆਂ ਕਰੋਗੇ ਤਾਂ, ਜੇ ਆਪਣੀ ਇੱਛਾ ਅਨੁਸਾਰ ਚੱਲੋਗੇ ਤਾਂ, ਜੇ ਸਰੀਰ ਦੀਆਂ ਇੱਛਾਵਾਂ ਦੇ ਵਿੱਚ ਜੀਵੋਗੇ, ਸੁਣੋ, ਆਉਣ ਵਾਲੇ ਸਮੇਂ 'ਚ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰੋਗੇ। ਪਰਮੇਸ਼ਵਰ ਨੇ ਆਖਿਆ, ਆਓ ਵੇਖੀਏ 15ਵਾਂ ਵਚਨ, ਜੇ ਮੇਰੀਆਂ ਵਿਧੀਆਂ ਨੂੰ ਨਿਕੰਮਾ ਸਮਝੋਗੇ ਅਤੇ ਤੁਹਾਡੀ ਆਤਮਾ ਮੇਰੀ ਗੱਲਾਂ ਤੋਂ ਨਫ਼ਰਤ ਕਰੇ ਅਤੇ ਮੇਰੀਆਂ ਆਗਿਆਵਾਂ ਨੂੰ ਜੇ ਨਾ ਮੰਨੋਗੇ ਅਤੇ ਜੇ ਮੇਰੇ ਵਚਨ ਨੂੰ ਤੋੜੋਗੇ ਤਾਂ ਮੈਂ ਤੁਹਾਨੂੰ ਇਹ ਕਰਾਂਗਾ, ਅਰਥਾਤ ਤੁਹਾਨੂੰ ਬੇਚੈਨ ਕਰਾਂਗਾ ਅਤੇ 6 ਰੋਗ ਅਤੇ ਬਿਮਾਰੀਆਂ ਨਾਲ ਪੀੜਿਤ ਕਰਾਂਗਾ। ਇਹਦੇ ਕਾਰਨ ਤੁਹਾਡੀਆਂ ਅੱਖਾਂ ਧੁੰਦਲੀਆਂ ਪੈ ਜਾਣਗੀਆਂ ਅਤੇ ਤੁਹਾਡਾ ਮਨ ਉਦਾਸ ਹੋ ਜਾਏਗਾ। ਬਾਈਬਲ ਦੱਸਦੀ ਆ, ਪਾਪ ਦੀ ਮਜ਼ਦੂਰੀ ਮੌਤ ਹੈ ਅਤੇ ਮੌਤ ਤੋਂ ਪਹਿਲਾਂ ਮੌਤ ਦੀ ਸੂਚਨਾ ਬਿਮਾਰੀ ਆ। ਜੇ ਤੁਸੀਂ ਮੇਰੇ ਵਿਰੁੱਧ ਚੱਲੋਗੇ ਤਾਂ ਸਭ ਤੋਂ ਪਹਿਲਾਂ ਮੈਂ ਕੀ ਕਰਾਂਗਾ ਜਾਣਦੇ ਹੋ? ਤੁਹਾਡੇ ਸਰੀਰਾਂ ਨੂੰ ਸਜ਼ਾ ਦਿਆਂਗਾ। ਬਿਮਾਰੀਆਂ ਨਾਲ ਤੁਹਾਡੇ ਸਰੀਰਾਂ ਨੂੰ ਮੈਂ ਦੁਖੀ ਕਰਾਂਗਾ ਅਤੇ ਇਹਦੇ ਨਾਲ ਤੁਸੀਂ ਜੀਵਨ ਨੂੰ ਸੁਧਾਰ ਲਓਗੇ। ਹੋ ਸਕਦਾ ਮਾਫੀ ਮੰਗੋਗੇ, ਗਲਤੀ ਮੰਨ ਲਓਗੇ। ਪਰਮੇਸ਼ਵਰ ਕਹਿ ਰਿਹਾ, ਤੁਹਾਨੂੰ ਐਸੀ ਬਿਮਾਰੀਆਂ ਦੇ ਨਾਲ ਮੈਂ ਮਾਰਾਂਗਾ। ਦੂਸਰਾ, ਤੁਹਾਡਾ ਬੀਜ ਬੋਣਾ ਵਿਅਰਥ ਹੋਏਗਾ, ਕਿਉਂਕਿ ਤੁਹਾਡੇ ਦੁਸ਼ਮਣ ਉਪਜ ਖਾਣਗੇ ਅਤੇ ਮਿਹਨਤ ਕਰੋਗੇ ਤੁਸੀਂ। ਬੀਜ ਤੁਸੀਂ ਬੀਜੋਗੇ, ਫਸਲ ਪੱਕਣ ਤੋਂ ਬਾਅਦ ਉਸ ਫਸਲ ਨੂੰ ਆਪਣੇ ਘਰ ਨਹੀਂ ਲਿਜਾ ਸਕੋਗੇ। ਤੁਹਾਡੇ ਦੁਸ਼ਮਣ ਆ ਕੇ ਲੈ ਜਾਣਗੇ। ਜਿਨ੍ਹੇ ਕਰਜ਼ਾ ਦਿੱਤਾ ਉਹ ਆ ਕੇ ਲੈ ਜਾਵੇਗਾ। ਮਿਹਨਤ ਨਾਲ ਨੌਕਰੀ ਕਰਦੇ ਹੋ, ਤਨਖਾਹ ਮਿਲਦੀ ਆ। ਜਿਨ੍ਹੇ ਉਧਾਰ ਦਿੱਤਾ ਆ ਕੇ ਲੈ ਜਾਂਦਾ ਹੈ। ਮੇਰਾ ਇੱਕ ਮਿੱਤਰ ਸੀ, ਉਹ ਬੜੀ ਮਿਹਨਤ ਕਰਦਾ ਸੀ। ਉਹਦੇ ਲਏ ਗਏ ਕਰਜ਼ੇ ਦੇ ਕਾਰਨ, ਬੀਤੇ ਦਿਨਾਂ 'ਚ ਕੀਤੀਆਂ ਗਲਤੀਆਂ ਦੇ ਕਾਰਨ, ਪੂਰੀ ਤਰ੍ਹਾਂ ਮਿਹਨਤ ਕਰਨ ਤੇ 18,000 ਰੁਪਏ ਮਿਲਦੇ ਸੀ। ਤਨਖਾਹ ਮਿਲਣ ਦੀ ਦੇਰੀ ਹੈ ਪਿਆਰਿਓ। ਸ਼ਾਮ ਨੂੰ ਆ ਕੇ ਗੇਟ ਕੋਲ ਖੜੇ ਹੋ ਜਾਂਦੇ ਸੀ। ਜਿਨ੍ਹੇ ਪੈਸੇ ਦਿੱਤੇ ਗੇਟ ਕੋਲ ਖੜੇ ਹੁੰਦੇ ਸੀ। ਪੂਰਾ ਮਹੀਨਾ ਮਿਹਨਤ ਕਰਕੇ 18,000 ਰੁਪਏ ਲਿਜਾ ਕੇ ਉਹਨਾਂ ਨੂੰ ਦੇ ਦਿੰਦਾ ਸੀ। ਇਸ ਤਰ੍ਹਾਂ ਕਈ ਸਾਲਾਂ ਤੱਕ ਉਹਦੀ ਮਿਹਨਤ ਦੀ ਕੀਤੀ ਸਾਰੀ ਕਮਾਈ ਪਿਛਲੇ ਸਮੇਂ 'ਚ ਕੀਤੀਆਂ ਗਲਤੀਆਂ ਦੇ ਕਾਰਨ ਦੇਣਾ ਪੈਂਦਾ ਸੀ। ਆਪਣਾ ਦੁੱਖ ਮੈਨੂੰ ਦੱਸਦਾ ਸੀ। ਸਾਰਾ ਮਹੀਨਾ ਮਿਹਨਤ ਕਰਦਾ ਹਾਂ, ਬਿਮਾਰ ਹੋਣ ਤੇ ਵੀ ਮਿਹਨਤ ਕਰਦਾ ਹਾਂ, ਆਪਣੇ ਲਈ ਨਹੀਂ ਫਿਰ ਕਿਹਦੇ ਲਈ? ਮੇਰੀਆਂ ਕੀਤੀਆਂ ਗਲਤੀਆਂ ਕਾਰਨ, ਲਏ ਉਧਾਰ ਦੇ ਕਾਰਨ ਗੇਟ ਕੋਲ ਤਾਕ 'ਚ ਖੜੇ ਰਹਿੰਦੇ ਆ। 18,000 ਲੈ ਜਾਂਦੇ ਆ। ਮੇਰੀ ਪਤਨੀ ਮਿਹਨਤ ਨਾਲ ਕੰਮ ਕਰ ਰਹੀ ਆ। ਮੇਰੀ ਪਤਨੀ ਦੇ 9 ਮਹੀਨੇ ਗਰਭ 'ਚ ਹੋਣ ਤੇ ਵੀ ਉਸ ਨੂੰ ਬੱਸ 'ਚ ਯਾਤਰਾ ਕਰਦੇ ਹੋਏ ਕੰਮ ਤੇ ਜਾਣਾ ਪੈਂਦਾ ਹੈ। ਕਾਰਨ ਜਾਣਦੇ ਹੋ, ਉਹਦੇ ਮਿਹਨਤ ਕਰਨ ਤੇ ਹੀ ਘਰ ਚੱਲੇਗਾ, ਰੋਟੀ ਖਾ ਸਕਾਂਗੇ। ਬੀਤੇ ਦਿਨਾਂ 'ਚ ਕੀਤੀਆਂ ਗਲਤੀਆਂ ਦੇ ਕਾਰਨ ਉਹ ਅੱਜ ਬਹੁਤ ਦੁੱਖ ਚੱਲ ਰਿਹਾ। ਪਾਪ ਦੇ ਕਾਰਨ ਉਹ ਦੁੱਖਾਂ ਦੇ ਵਿੱਚ ਫਸਦੇ ਹੀ ਜਾ ਰਹੇ ਸੀ। ਅਤੇ ਫਿਰ ਮੈਂ ਵੀ ਤੁਹਾਡੇ ਵਿਰੁੱਧ ਹੋ ਜਾਵਾਂਗਾ। ਤੁਸੀਂ ਆਪਣੇ ਦੁਸ਼ਮਣਾਂ ਤੋਂ ਹਾਰ ਜਾਓਗੇ ਤੇ ਤੁਹਾਡੇ ਵੈਰੀ ਤੁਹਾਡੇ ਉੱਪਰ ਹੁਕਮ ਚਲਾਉਣਗੇ ਅਤੇ ਜੇ ਕੋਈ ਤੁਹਾਨੂੰ ਚਾਹੇ ਕੋਈ ਪਿੱਛਾ ਵੀ ਨਾ ਕਰੇ ਫਿਰ ਵੀ ਤੁਸੀਂ ਭੱਜੋਗੇ, ਡਰ ਜਾਓਗੇ, ਫੋਨ ਬੰਦ ਕਰ ਦੋਗੇ, ਘਰ ਦੇ ਦਰਵਾਜ਼ੇ ਤੇ ਤਾਲਾ ਲਾ ਦੋਗੇ ਅਤੇ ਸਭ ਤੋਂ ਲੁਕ ਕੇ ਗੁਪਤ ਜੀਵਨ ਜੀਵੋਗੇ। ਸੱਚ ਹੈ ਨਾ?
ਸਾਡੇ ਵਿੱਚੋਂ ਕਈਆਂ ਦੀ ਜ਼ਿੰਦਗੀ ਇਸੇ ਤਰ੍ਹਾਂ ਦੀ ਆ। ਕਾਰਨ ਜਾਣਦੇ ਹੋ, ਤੁਹਾਡੀਆਂ ਕੀਤੀਆਂ ਗਲਤੀਆਂ ਦੇ ਕਾਰਨ ਤੁਹਾਡੇ ਉੱਪਰ ਸਜ਼ਾ। ਅੱਜ ਇਸੇ ਕਾਰਨ ਤੁਹਾਨੂੰ ਸ਼ਾਂਤੀ ਨਹੀਂ ਆ ਅਤੇ ਨਾ ਹੀ ਤੁਸੀਂ ਸੋ ਪਾ ਰਹੇ ਹੋ, ਆਰਾਮ ਨਾਲ ਰਹਿਣ ਨਹੀਂ ਦੇ ਰਿਹਾ। ਇੰਨਾ ਹੀ ਨਹੀਂ, 18ਵਾਂ ਵਚਨ, ਜੇ ਤੁਸੀਂ ਇਹਨਾਂ ਗੱਲਾਂ ਦੇ ਕਰਕੇ ਵੀ ਮੇਰੀ ਨਾ ਸੁਣੋ ਤਾਂ ਮੈਂ ਤੁਹਾਡੇ ਗੁਨਾਹਾਂ ਦੇ ਕਾਰਨ ਤੁਹਾਨੂੰ 7 ਗੁਣਾ ਤਾੜਨਾ ਹੋਰ ਦਵਾਂਗਾ ਅਤੇ ਮੈਂ ਤੁਹਾਡੇ ਘਮੰਡ ਦੇ ਬਲ ਨੂੰ ਤੋੜ ਦਿਆਂਗਾ। ਤੁਹਾਡੇ ਲਈ ਅਸਮਾਨ ਨੂੰ ਲੋਹੇ ਦਾ ਅਤੇ ਜ਼ਮੀਨ ਨੂੰ ਪਿੱਤਲ ਦੀ ਬਣਾ ਦਿਆਂਗਾ। ਅਸਮਾਨ ਨੂੰ ਲੋਹੇ ਦਾ ਯਾਨੀ ਮੀਂਹ ਨਾ ਪਵੇਗਾ, ਜ਼ਮੀਨ ਪਿੱਤਲ ਦੀ ਯਾਨੀ ਤੁਸੀਂ ਜੋ ਵੀ ਜੋਤਨਾ ਚਾਹੋਗੇ ਜੋਤ ਨਾ ਸਕੋਗੇ, ਕਿਉਂਕਿ ਮੀਂਹ ਨਹੀਂ ਪਿਆ। ਇਸ ਲਈ ਤੁਹਾਡੀ ਜ਼ਮੀਨ ਬੰਜਰ ਹੋ ਜਾਵੇਗੀ, ਫਸਲ ਹੋਏਗੀ ਨਹੀਂ, ਨਾ ਮੀਂਹ ਪਵੇਗਾ। ਤੁਹਾਡੇ ਪਾਪਮਈ ਕੰਮਾਂ ਦੇ ਕਾਰਨ ਤੁਸੀਂ ਆਪਣੇ ਹੀ ਹੱਥੀਂ ਪਾਪ ਨੂੰ ਮੁੱਲ ਲੈ ਰਹੇ ਹੋ। ਇੰਨਾ ਹੀ ਨਹੀਂ, 20ਵਾਂ ਵਚਨ, ਅਤੇ ਤੁਹਾਡਾ ਬਲ ਜਾਂਦਾ ਰਹੇਗਾ। ਸਰੀਰ ਦੀ ਸਾਰੀ ਤਾਕਤ ਕਮਜ਼ੋਰੀ 'ਚ ਬਦਲ ਜਾਵੇਗੀ, ਕਮਜ਼ੋਰ ਹੋ ਜਾਓਗੇ। ਕੁਝ ਲੋਕ ਆ ਕੇ ਕਹਿੰਦੇ ਆ, ਭਾਈ ਮੈਂ ਤਗੜਾ ਤਾਂ ਦਿਖਾਈ ਦੇ ਰਿਹਾ ਪਰ ਮੇਰੇ ਹੱਥਾਂ 'ਚ ਜਾਨ ਨਹੀਂ ਪੈ ਰਹੀ। ਬ੍ਰਦਰ, ਪੈਰਾਂ 'ਚ ਤਾਕਤ ਨਹੀਂ ਆ, ਸਰੀਰ 'ਚ ਬਲ ਨਹੀਂ ਆ, ਕੋਈ ਕੰਮ ਨਹੀਂ ਕਰ ਪਾ ਰਿਹਾ ਹਾਂ, ਖੜੇ ਨਹੀਂ ਹੋ ਪਾ ਰਿਹਾ, ਬੈਠ ਨਹੀਂ ਪਾ ਰਿਹਾ ਹਾਂ, ਚੱਲ ਨਹੀਂ ਪਾ ਰਿਹਾ ਹਾਂ। ਬ੍ਰਦਰ, ਕੰਮ ਨਹੀਂ ਕਰ ਪਾ ਰਿਹਾ ਕਿਉਂਕਿ ਸਰੀਰ ਦੇ ਵਿੱਚ ਬਾਹਾਂ 'ਚ ਤਾਕਤ ਨਹੀਂ ਆ। ਪਰਮੇਸ਼ਵਰ ਕਹਿ ਰਹੇ ਆ, ਤੁਹਾਡੀਆਂ ਗਲਤੀਆਂ ਦੇ ਕਾਰਨ ਜਦੋਂ ਮੇਰੇ ਸਜ਼ਾ ਦੇਣ ਦਾ ਸਮਾਂ ਆਏਗਾ ਤੁਹਾਡੇ ਸਰੀਰ ਦਾ ਬਲ ਘਟ ਜਾਏਗਾ, ਕਮਜ਼ੋਰੀ ਤੁਹਾਡੇ ਤੇ ਆ ਪਵੇਗੀ। ਇੰਨਾ ਹੀ ਨਹੀਂ, ਤੁਹਾਡੀ ਜ਼ਮੀਨ ਕਦੇ ਵੀ ਫਲਦਾਰ ਨਾ ਹੋਵੇਗੀ ਅਤੇ ਨਾ ਜ਼ਮੀਨ ਦੇ ਰੁੱਖ ਫਲਦਾਰ ਹੋਣਗੇ। ਜੇ ਤੁਸੀਂ ਮੇਰੇ ਵਿਰੁੱਧ ਚੱਲਦੇ ਹੀ ਰਹੋ ਅਤੇ ਮੇਰੀ ਆਗਿਆ ਨਾ ਮੰਨੋ ਤੇ ਮੈਂ ਤੁਹਾਡੇ ਗੁਨਾਹਾਂ ਦੇ ਕਾਰਨ ਤੁਹਾਡੇ ਉੱਪਰ ਹੋਰ 7 ਗੁਣਾ ਸਜ਼ਾ ਭੇਜਾਂਗਾ। ਤੁਹਾਡੇ ਵਿਚਕਾਰ ਵਨ ਪਸ਼ੂਆਂ ਨੂੰ ਭੇਜਾਂਗਾ ਜੋ ਤੁਹਾਨੂੰ ਦੁਖੀ ਕਰਨਗੇ ਅਤੇ ਤੁਹਾਡੇ ਘਰੇਲੂ ਪਸ਼ੂਆਂ ਨੂੰ ਮਾਰ ਦੇਣਗੇ ਅਤੇ ਤੁਹਾਡੀ ਗਿਣਤੀ ਘਟਾਉਣਗੇ ਅਤੇ ਜਿਹਦੇ ਨਾਲ ਤੁਹਾਡੀਆਂ ਸੜਕਾਂ ਸੁੰਨੀਆਂ ਪੈ ਜਾਣਗੀਆਂ। ਅਤੇ ਜੇ ਤੁਸੀਂ ਇਹਨਾਂ ਗੱਲਾਂ ਤੇ ਫਿਰ ਵੀ ਧਿਆਨ ਨਾ ਕਰੋ ਅਤੇ ਮੇਰੇ ਵਿਰੁੱਧ ਚੱਲਦੇ ਹੀ ਰਹੋਗੇ ਤਾਂ ਫਿਰ ਜੇ ਤੁਸੀਂ ਨਾ ਸੁਧਰ ਪਾਏ ਤਾਂ ਪਰਮੇਸ਼ਵਰ ਕਹਿ ਰਹੇ ਆ, ਮੈਂ ਵੀ ਤੁਹਾਡੇ ਵਿਰੁੱਧ ਚੱਲਾਂਗਾ ਅਤੇ ਤੁਹਾਡੇ ਗੁਨਾਹਾਂ ਦੇ ਕਾਰਨ ਮੈਂ ਆਪ ਹੀ ਤੁਹਾਨੂੰ 7 ਗੁਣਾ ਮਾਰਾਂਗਾ ਅਤੇ ਮੈਂ ਤੁਹਾਡੇ ਤੇ ਅਜਿਹੀ ਤਲਵਾਰ ਚਲਾਵਾਂਗਾ ਕਿ ਜੋ ਆਗਿਆ ਤੋੜਨ ਦਾ ਪਲਟਾ ਲਵੇਗੀ। ਜਦ ਤੁਸੀਂ ਆਪਣੇ ਨਗਰਾਂ 'ਚ ਜਾ ਕੇ ਇਕੱਠੇ ਹੋਵੋਗੇ ਤਦ ਮੈਂ ਤੁਹਾਡੇ ਵਿਚਕਾਰ ਬਿਮਾਰੀ ਭੇਜਾਂਗਾ ਅਤੇ ਤੁਸੀਂ ਆਪਣੇ ਦੁਸ਼ਮਣਾਂ ਦੇ ਵੱਸ ਦੇ ਵਿੱਚ ਕਰ ਦਿੱਤੇ ਜਾਓਗੇ। ਜਦ ਮੈਂ ਤੁਹਾਡੇ ਲਈ ਭੋਜਨ ਦੇ ਸਹਾਰਿਆਂ ਨੂੰ ਦੂਰ ਕਰਾਂਗਾ ਤਾਂ 10 ਔਰਤਾਂ ਤੁਹਾਡੀਆਂ ਰੋਟੀਆਂ ਇੱਕ ਹੀ ਤੰਦੂਰ 'ਚ ਪਕਾ ਕੇ ਤੋਲ ਕੇ ਵੰਡਣਗੀਆਂ। ਤੁਸੀਂ ਖਾ ਕੇ ਵੀ ਤ੍ਰਿਪਤ ਨਾ ਹੋਵੋਗੇ। ਅਕਾਲ ਕਿਉਂ ਪੈਂਦਾ ਹੈ? ਜਦੋਂ ਇਨਸਾਨ ਮਨਮਰਜ਼ੀਆਂ ਕਰਦਾ ਹੈ ਉਦੋਂ ਅਕਾਲ ਪੈਂਦਾ ਹੈ। ਉਹ ਅਕਾਲ ਕਿਸ ਤਰ੍ਹਾਂ ਪੈਂਦਾ ਹੈ ਅਤੇ ਕਿੰਨੇ ਤਰੀਕਿਆਂ 'ਚ ਪੈਂਦਾ ਹੈ? ਪਰਮੇਸ਼ਵਰ ਨੇ ਸਾਫ਼-ਸਾਫ਼ ਦੱਸਿਆ ਇਸ ਲਿਸਟ ਵਿੱਚੋਂ ਕਿਹੜੀ ਸਮੱਸਿਆ ਵਿੱਚੋਂ, ਕਿਹੜੀ ਬਿਮਾਰੀ ਵਿੱਚੋਂ, ਕਿਹੜੇ ਦੁੱਖ ਦੇ ਵਿੱਚੋਂ ਤੁਸੀਂ ਨਿਕਲ ਰਹੇ ਹੋ ਚੰਗੀ ਤਰ੍ਹਾਂ ਜਾਣਦੇ ਹੋ। ਅਕਾਲ ਪੈਣ ਦਾ ਸਮਾਂ ਸੀ ਨਿਆਂਇਆਂ ਦੇ ਸ਼ਾਸਨ ਦਾ ਸਮਾਂ। ਅਕਾਲ ਪੈਣ ਦਾ ਕਾਰਨ ਸੀ ਜਿਸ ਨੂੰ ਜੋ ਵੀ ਚੰਗਾ ਲੱਗਦਾ ਸੀ ਉਹ ਉਸੇ ਤਰ੍ਹਾਂ ਕਰਦਾ ਸੀ ਅਤੇ ਅਕਾਲ ਜਿਸ ਪਰਿਵਾਰ ਤੇ ਪਿਆ, ਐਲੀਮੇਲੇਕ ਅਤੇ ਉਸ ਦਾ ਪੂਰਾ ਪਰਿਵਾਰ, ਉਹਨਾਂ ਦਾ ਪਰਿਵਾਰ ਹੀ ਨਹੀਂ, ਉੱਥੇ ਰਹਿਣ ਵਾਲੇ ਸਾਰੇ ਪਰਿਵਾਰ ਅਕਾਲ ਦੇ ਨਾਲ ਦੁੱਖ ਚੱਲ ਰਹੇ ਸੀ। ਇਹਨਾਂ ਵਚਨਾਂ ਨੂੰ ਸੁਣਨ ਵਾਲੇ ਭੈਣੋ ਅਤੇ ਭਰਾਵੋ, ਜੇ ਤੁਹਾਡੇ ਜੀਵਨ 'ਚ ਅਕਾਲ ਪੈ ਗਿਆ ਹੈ ਤਾਂ ਇਹਦਾ ਕਾਰਨ ਸਮਝ ਕੇ, ਕਾਰਨ ਪਹਿਚਾਨ ਕੇ ਪਛਤਾਪ ਕਰਨਾ ਠੀਕ ਹੈ। ਪਰਮੇਸ਼ਵਰ ਕਹਿ ਰਹੇ ਆ, ਮੇਰੀ ਤਾੜਨਾ ਦੇਣ ਤੇ ਵੀ ਤੁਸੀਂ ਜੇ ਨਾ ਸੁਧਰੋਗੇ ਤਾਂ ਸੁਣੋ, 7 ਗੁਣੀ ਸਜ਼ਾ ਮੈਂ ਤੁਹਾਡੇ ਤੇ ਉੱਪਰ ਭੇਜਣ ਜਾ ਰਿਹਾ ਹਾਂ। ਇਹੀ ਸਜ਼ਾ ਬਰਦਾਸ਼ਤ ਨਹੀਂ ਕਰ ਪਾ ਰਹੇ ਹੋ
ਜੇ ਹੁਣ ਦਾ ਦੁੱਖ ਹੀ ਨਹੀਂ ਸਹਿ ਪਾ ਰਹੇ ਹੋ, ਹੁਣੇ ਦੀਆਂ ਪਰੇਸ਼ਾਨੀਆਂ ਹੀ ਸਹਿ ਨਹੀਂ ਪਾ ਰਹੇ ਹੋ, ਹੁਣ ਦੀਆਂ ਬਿਮਾਰੀਆਂ ਹੀ ਜੇ ਸਹਿ ਨਹੀਂ ਪਾ ਰਹੇ ਹੋ, ਤਾਂ ਫਿਰ ਪਰਮੇਸ਼ਵਰ ਕਹਿ ਰਹੇ ਆ, ਸਹੀ ਕਰ ਲਓ। ਪੂਰੇ ਮਨ ਤੋਂ ਪਛਤਾਤਾਪ ਕਰੋ, ਆਪਣੀ ਗਲਤੀ ਮੰਨ ਲਓ। ਬਾਈਬਲ 'ਚ ਨਿਆਂਇਆਂ ਦੀ ਕਿਤਾਬ 'ਚ ਵੇਖਿਆ, ਉਹਨਾਂ ਨੇ ਯਹੋਵਾ ਨੂੰ ਪੁਕਾਰਿਆ ਅਤੇ ਆਖਿਆ, ਪਿਤਾ ਅਸੀਂ ਗਲਤ ਹਾਂ, ਅਸੀਂ ਪਾਪ ਕੀਤਾ। ਜਦ ਇਹ ਕਹਿ ਕੇ ਯਹੋਵਾ ਨੂੰ ਪੁਕਾਰਿਆ, ਪਰਮੇਸ਼ਵਰ ਨੇ ਉਹਨਾਂ ਦੀ ਦੁਹਾਈ ਸੁਣ ਕੇ ਉਹਨਾਂ ਨੂੰ ਸ਼ਾਂਤੀ ਦਿੱਤੀ। 18 ਸਾਲ ਸਜ਼ਾ ਦੇਣ ਤੇ ਵੀ, 20 ਸਾਲ ਸਜ਼ਾ ਦੇਣ ਤੇ ਵੀ ਜਦ ਉਹਨਾਂ ਨੇ ਪੁਕਾਰਿਆ, ਪਰਮੇਸ਼ਵਰ ਨੇ ਤਰਸ ਕੀਤਾ। ਜਦ ਉਹ ਗਿੜਗਿੜਾਏ ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਮਾਫ ਕੀਤਾ। ਅੱਜ ਪਰਮੇਸ਼ਵਰ ਤੁਹਾਨੂੰ ਵੀ ਮਾਫ ਕਰਨ ਲਈ ਤਿਆਰ ਆ, ਦੁਹਾਈ ਦੇਣ ਦੇ ਲਈ। ਕੀ ਤੁਸੀਂ ਤਿਆਰ ਹੋ? ਆਓ ਪ੍ਰਾਰਥਨਾ ਕਰੀਏ। ਪਵਿੱਤਰ ਪਰਮੇਸ਼ਵਰ ਪਿਤਾ, ਅਕਾਲ ਕਿਸ ਸਮੇਂ ਪਿਆ? ਅਕਾਲ ਦਾ ਕਾਰਨ ਕੀ ਸੀ? ਅਕਾਲ ਦੇ ਨਾਲ ਕਿਹੜਾ ਪਰਿਵਾਰ ਦੁਖੀ ਹੋਇਆ? ਇਹਨਾਂ ਵਚਨਾਂ ਦੁਆਰਾ ਤੁਸੀਂ ਸਾਨੂੰ ਸਾਫ਼-ਸਾਫ਼ ਦੱਸਿਆ। ਪਿਤਾ, ਤੁਹਾਡੀ ਆਗਿਆ ਮੰਨਣਾ ਸਾਡੇ ਲਈ ਭਲਾ ਹੈ। ਤੁਹਾਡੇ ਡਰ ਭੈ 'ਚ ਚੱਲਣਾ ਕਿੰਨਾ ਉੱਤਮ ਹੈ। ਜੇ ਅਸੀਂ ਆਪਣੀਆਂ ਮਨਮਰਜ਼ੀਆਂ ਕਰਾਂਗੇ ਤਾਂ ਸਾਡੇ ਲਈ ਕਿੰਨਾ ਨੁਕਸਾਨ ਹੈ ਅਤੇ ਸਾਡੇ ਲਈ ਕਿੰਨੇ ਕਸ਼ਟ ਹੈ। ਅਤੇ ਪਹਿਲਾਂ ਹੀ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਅਕਾਲ ਰੂਪੀ ਦੁੱਖਾਂ 'ਚ ਫਸੇ ਹੋਏ ਆ। ਇਹ ਅਕਾਲ ਤੇ ਸੁੱਖਾਪਨ ਕਿਵੇਂ ਅਲੱਗ-ਅਲੱਗ ਤਰੀਕਿਆਂ ਦੇ ਨਾਲ ਪੈਂਦਾ ਹੈ, ਅੱਜ ਤੁਸੀਂ ਸਾਨੂੰ ਸਪਸ਼ਟ ਦੱਸ ਦਿੱਤਾ ਹੈ। ਜੇ ਇਹਨਾਂ 'ਚੋਂ ਨਿਕਲਦੇ ਹੋਏ ਵੀ ਅਸੀਂ ਆਪਣੇ ਜੀਵਨਾਂ ਨੂੰ ਨਹੀਂ ਸੁਧਾਰਾਂਗੇ ਤਾਂ ਤੁਸੀਂ ਕਿਹਾ ਹੋਰ 7 ਗੁਣਾ ਸਜ਼ਾ ਮਿਲੇਗੀ ਤੁਹਾਨੂੰ। ਪਿਤਾ, ਜੋ ਅੱਜ ਦੁੱਖ ਹੈ, ਜੇ ਉਹੀ ਬਰਦਾਸ਼ਤ ਨਹੀਂ ਕਰ ਪਾ ਰਹੇ ਹਾਂ ਤਾਂ ਆਉਣ ਵਾਲੇ ਦੁੱਖਾਂ ਨੂੰ ਕਿਵੇਂ ਸਹਿ ਸਕਾਂਗੇ? ਅਸੀਂ ਜਿਸ ਹਾਲ ਵਿੱਚ ਆਂ, ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ, ਤੁਸੀਂ ਸਾਨੂੰ ਮਾਫ ਕਰ ਦਿਓ। ਅੱਜ ਜਿੰਨੇ ਵੀ ਭੈੜੇ ਕੰਮ ਸਾਡੇ ਜੀਵਨ ਦੇ ਵਿੱਚ ਆ, ਸਾਡੇ ਜੀਵਨ ਤੋਂ ਦੂਰ ਕਰ ਦਿਓ। ਇਹਨਾਂ ਤੋਂ ਸਾਨੂੰ ਤੁਸੀਂ ਬਾਹਰ ਕੱਢ ਦਿਓ। ਤੁਹਾਡੀ ਇੱਛਾ ਦੇ ਮੁਤਾਬਿਕ ਤੁਹਾਨੂੰ ਗ੍ਰਹਿਣਯੋਗ ਜੀਵਨ ਜੀ ਸਕੀਏ। ਕਿਰਪਾ ਕਰ ਦਿਓ, ਸਾਨੂੰ ਮਾਫ ਕਰ ਦਿਓ। ਸ਼ਾਂਤੀ ਤੇ ਮੇਲ ਮਿਲਾਪ ਅਤੇ ਤੁਹਾਡੇ ਨਾਲ ਦੀ ਸੰਗਤੀ, ਤੁਹਾਡੀ ਖੁਸ਼ਹਾਲੀ ਅਤੇ ਸਾਰੀਆਂ ਆਸ਼ੀਸ਼ਾਂ ਅਸੀਂ ਸਾਰੇ ਪਾ ਸਕੀਏ। ਯੇਸ਼ੂ ਦੇ ਨਾਮ 'ਚ ਮੰਗਦੇ ਹਾਂ ਪਿਤਾ। आप सबको शलोम। मेरा नाम अजय कुमार है। मैं प्रभु का भय मानना छोड़ दिया और अपने मर्जी के अनुसार जीता था। मुझे गुस्सा जल्दी आती थी, इसके कारण हमारे घर में हर समय झगड़े होते थे। अगर कोई लड़की मुझे दिखाई दे तो मैं उनको बुरी नज़र से देखता था, मन में गंदे सोच और विचार लाता था। मेरा हृदय सारा पाप से भरा हुआ था, लेकिन एक भक्त जैसे नाटक करता था। हमारे पिताजी बहुत शराब पीते थे, उनकी तबीयत बिगड़ गई और हॉस्पिटल में उनकी मृत्यु हो गई। तब से हमारे घर में मुश्किलें बढ़ गए। आर्थिक समस्याओं के कारण हमारे घर में झगड़े होते थे, सुख शांति नहीं रहती थी। मेरे गलत सोच और विचार के कारण और घर में झगड़ों के कारण मैं प्रभु के मार्गों पर चल नहीं पाता था। ऐसे वाले समय में मैं अपने दोस्त के मोबाइल में कलवरी टेम्पल का वचन सुना। वचन सुनकर मुझे पता चला ये वचन मेरे जीवन को ज़रूर सुधारेगा, और अगले रविवार ही मैं कलवरी टेम्पल गया। उस दिन चर्च में वचन के द्वारा प्रभु के दास चेतावनी दिए। उस भयानक नरक दी अग तो
ਬਚਾਉਣਾ ਹੈ, ਛੁਡਾਉਣਾ ਹੈ। ਇਸ ਲਈ ਯਿਸੂ ਮਸੀਹ ਨੂੰ ਪਿਤਾ ਪਰਮੇਸ਼ਵਰ ਨੇ ਮਰਨ ਦੇ ਲਈ ਭੇਜ ਦਿੱਤਾ। ਇੰਨੇ ਵੱਡੇ ਬਲੀਦਾਨ ਨੂੰ ਕਰਨ ਤੋਂ ਬਾਅਦ, ਆਪਣੇ ਪੁੱਤਰ ਨੂੰ ਹੀ ਮਰਨ ਦੇ ਲਈ ਸੌਂਪਣ ਤੋਂ ਬਾਅਦ, ਜੇ ਤੁਸੀਂ ਅੱਜ ਵੀ ਗੁਨਾਹ 'ਚ ਜੀਓਗੇ, ਜੇ ਅੱਜ ਵੀ ਆਪਣੀ ਮਨਮਰਜ਼ੀ ਕਰੋਗੇ, ਤਾਂ ਉਸ ਪਰਮੇਸ਼ਵਰ ਦੇ ਪਿਆਰ ਨੂੰ ਨਾ ਸਮਝ ਕੇ, ਉਹਦੇ ਬਲੀਦਾਨ ਨੂੰ ਮਹੱਤਵ ਨਾ ਦੇ ਕੇ, ਜੇ ਹੁਣ ਵੀ ਗਲਤ ਰਾਹ ਤੇ ਚੱਲੋਗੇ, ਤਾਂ ਬੁਰਾ ਜੀਵਨ ਜੀਓਗੇ, ਤਾਂ ਪਰਮੇਸ਼ਵਰ ਦੁਆਰਾ ਕੀਤੀ ਹੋਈ ਭਲਾਈ, ਉਹਦੇ ਦੁਆਰਾ ਕੀਤੇ ਤਿਆਗ, ਕੀਤੇ ਹੋਏ ਬਲੀਦਾਨ ਦੇ ਨਾਲ ਕੀ ਤੁਹਾਨੂੰ ਕੋਈ ਫਾਇਦਾ ਹੋਵੇਗਾ? इस गल पे विचार करो। इतने दिन जो मैं एक भक्त के जैसे नाटक कर रहा था, वचन के द्वारा सीधे प्रभु मुझे बता दिए, मेरे गुस्से को और बुरे सोच विचारों को निकाल दीजिए। ऐसे मैं प्रभु से पश्चाताप करते हुए प्रार्थना किया। तब से नियमित रूप से चर्च जाते हुए, वचन सुनते हुए आत्मिक रूप से मैं आगे बढ़ रहा हूँ और अब मैं अपने सारे बुरे आदतों को छोड़ दिया। अगर अब मुझे कोई स्त्री दिखाई देने से बुरे विचार नहीं ला रहा हूँ। अब मैं गुस्सा बिल्कुल नहीं कर रहा हूँ। घर में हम सुख शांति से रह रहे हैं। जब मैं अच्छी तरह से जीवन बिताना शुरू किया, हमारे घर वाले मेरी शादी करना चाहते थे। मैं प्रभु पर विश्वास करता था और चाहता था कि मुझे भी एक अच्छी विश्वासी पत्नी मिले। ये बात हमारे रिश्तेदारों को पसंद नहीं था। अगर आप मसीही शादी करोगे तो आपको बच्चे बिल्कुल नहीं होंगे, इस तरह से वो मुझसे कहते थे, लेकिन मैं उनके बातों पर बिल्कुल ध्यान नहीं देता था। प्रभु मेरे जीवन में आश्चर्य कार्य किए। एक विश्वासी स्त्री से मेरी शादी धूमधाम से करवाए। शादी के बाद भी प्रभु हमें बहुत आशीष दिए, हमें एक बेटी दिए। पहले मेरे रिश्तेदार मुझे अपमानित करते थे, अब वो प्रभु को महिमा दे रहे हैं। पहले हमारे पास खाने के लिए भी ठीक से भोजन नहीं रहता था, लेकिन अब प्रभु उस कमी को दूर किए और प्रभु हम दोनों को, मुझे और मेरी पत्नी को, अच्छी नौकरी दिए। प्रभु हमें इतना आशीष दिए। हम चाहते थे कि हम प्रभु का सुसमाचार सुनाएं और हम दोनों की तनख्वाह में से पैसों को इकट्ठा करके अब तक हम 4 बार प्रभु का सुसमाचार सबको सुनाए। पहले हमारा जीवन कमी घटियों से भरा हुआ था, लेकिन आज प्रभु हमारे जीवन में आशीषों से भर दिए। जहीराबाद में जब प्रभु का भवन निर्माण हो रहा था, प्रभु इसके लिए भेंट देने में मेरी सहायता किए। प्रभु के दास कलीसिया के लोगों से इतना प्रेम करते हैं। ऐसे कलीसिया में रहना हमारे लिए आशीषदायक है। हमारे परिवार के साथ और हमारे हर एक कामों में यीशु हमारे साथ है, इसलिए हम खुशी से जीवन बिता रहे हैं। सच्चे परमेश्वर के बारे में मुझे बताए। प्रभु के दास सतीश कुमार जी को मेरा धन्यवाद। मेरे जीवन को सुधारे, मेरे पापों को उनके लहू से धोए। यीशु को सारी महिमा, आदर और गौरव मिले। ਗੰਦਗੀ ਨਾਲ ਅਤੇ ਗੁੱਸੇ ਨਾਲ ਆਪਣੇ ਜੀਵਨ ਨੂੰ ਬਰਬਾਦ ਕਰਨ ਵਾਲੇ ਇੱਕ ਜਵਾਨ ਦਾ ਜੀਵਨ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਕਿਸ ਤਰ੍ਹਾਂ ਪਵਿੱਤਰ ਕੀਤਾ ਗਿਆ। ਉਹ ਜਵਾਨ ਦੇ ਜੀਵਨ ਦੇ ਵਿੱਚ, ਵਿਵਹਾਰ ਦੇ ਵਿੱਚ ਸੁਧਾਰ ਆਇਆ ਹੈ, ਅਸੀਂ ਵੇਖਿਆ ਹੈ। ਪਰਮੇਸ਼ਵਰ ਦੇ ਵਚਨ ਦੇ ਵਿੱਚ ਪਾਪੀ ਇਨਸਾਨ ਨੂੰ ਪਵਿੱਤਰ ਕਰਨ ਦੀ ਸਾਮਰਥ ਹੈ। ਜੇ ਅੱਜ ਵੀ ਤੁਸੀਂ ਗੁਨਾਹ ਕਰਦੇ ਹੋਏ ਅਤੇ ਪਾਪਮਈ ਜੀਵਨ ਜੀਂਦੇ ਹੈ ਤਾਂ, ਅਤੇ ਨਾਸ਼ ਹੋ ਰਹੇ ਹੋ ਅਤੇ ਨਰਕ ਜਾ ਰਹੇ ਹੋ ਤਾਂ, ਜੇ ਦੌੜ ਲਗਾ ਰਹੇ ਹੋ ਤਾਂ ਮੇਰੇ ਭੈਣੋ ਅਤੇ ਭਰਾਵੋ, ਇਹ ਸਹੀ ਸਮੇਂ ਹੈ। ਉद्धार ਦਾ ਦਿਨ ਹੈ। ਪ੍ਰਭੂ ਯਿਸੂ ਮਸੀਹ ਦੇ ਦੇਣ ਵਾਲੇ ਪਵਿੱਤਰ ਜੀਵਨ ਨੂੰ ਪਾਲੋ। ਮੈਂ ਇਹ ਕਹਿ ਕੇ ਬੇਨਤੀ ਕਰ ਰਿਹਾ ਹਾਂ। ਉਸ ਬ੍ਰਦਰ ਦੇ ਜੀਵਨ 'ਚ ਜਦੋਂ ਸੁਧਾਰ ਆਇਆ, ਉਹ ਕਿਸ ਤਰ੍ਹਾਂ ਨਾਲ ਆਪਣੇ ਪਰਿਵਾਰ ਦੇ ਲਈ ਆਸ਼ੀਸ਼ ਦਾ ਅਤੇ ਆਨੰਦ ਦਾ ਕਾਰਨ ਬਣਿਆ ਅਤੇ ਉਹ ਜਿਹਦੇ ਲਈ ਜੀਵਨ ਜੀ ਰਿਹਾ ਸੀ, ਅਸੀਂ ਉਹ ਵੇਖਿਆ ਹੈ। ਵਚਨ ਨੇ ਉਹਦਾ ਜੀਵਨ ਸੁਧਾਰਿਆ ਹੈ। ਇਸ ਲਈ ਵਚਨ ਨੂੰ ਲੱਖਾਂ ਲੋਕਾਂ ਨੇ ਸੁਣਨਾ ਹੈ। ਇਸ ਲਈ ਉਸਨੇ ਕਲਵਰੀ ਆਵਾਜ਼ ਦੇ ਦੁਆਰਾ ਵਚਨ ਨੂੰ ਪਹੁੰਚਾਉਣ ਦੀ ਸਹਾਇਤਾ ਕੀਤੀ, ਅਸੀਂ ਵੇਖਿਆ ਹੈ। ਉद्धार ਪਾਏ ਹੋਏ ਹਰ ਵਿਅਕਤੀ ਨੇ ਨਾਸ਼ ਹੋਣ ਵਾਲੇ ਦੂਸਰੇ ਲੋਕਾਂ ਨੂੰ ਮਸੀਹ ਦੇ ਪਿਆਰ ਨੂੰ ਕੰਮਾਂ 'ਚ ਵਿਖਾਉਣਾ ਹੈ। ਮਸੀਹ ਦੇ ਸੁਸਮਾਚਾਰ ਦਾ ਪ੍ਰਚਾਰ ਕਰਨਾ ਹੈ। ਇਸ ਆਗਿਆ ਨੂੰ ਪਰਮੇਸ਼ਵਰ ਨੇ ਸਾਨੂੰ ਦਿੱਤੀ ਹੈ। ਇਸ ਆਗਿਆ ਨੂੰ ਗ੍ਰਹਿਣ ਕਰਨ ਵਾਲੇ ਕਲਵਰੀ ਟੈਂਪਲ ਦੇ
ਮੈਂਬਰ ਉਸੇ ਤਰ੍ਹਾਂ ਇਸ ਦੀਨ ਸੇਵਕ ਦੇ ਸੰਦੇਸ਼ਾਂ ਦੁਆਰਾ ਆਤਮਿਕ ਤੌਰ ਤੇ ਆਸ਼ੀਸ਼ ਪਾਉਣ ਵਾਲੇ ਇਸ ਕਰੋਨਾ ਕਾਲ ਦੇ ਵਿੱਚ ਬਿਨਾਂ ਰੋਕੇ ਵੀ ਸੁਸਮਾਚਾਰ ਦੇ ਲਈ ਮਦਦ ਕਰ ਰਹੇ ਆ। ਇਸੇ ਲਈ ਕਲਵਰੀ ਆਵਾਜ਼ ਦੇ ਟੀਵੀ ਪ੍ਰੋਗਰਾਮ ਨੂੰ ਬਿਨਾਂ ਰੋਕੇ ਬੰਦ ਕੀਤੇ ਬਿਨਾਂ ਹਰ ਭਾਸ਼ਾ ਜਾਣੇ 16 ਭਾਸ਼ਾ 'ਚ ਸੁਸਮਾਚਾਰ ਪ੍ਰਚਾਰ ਕੀਤਾ ਜਾ ਰਿਹਾ। ਇਹਦਾ ਖਾਸ ਕਾਰਨ ਇਹ ਹੈ ਕਿ ਇਸ ਤਰ੍ਹਾਂ ਦੇ ਧੰਨਵਾਦੀ ਲੋਕ ਪਰਮੇਸ਼ਵਰ ਦੁਆਰਾ ਕੀਤੀਆਂ ਆਸ਼ੀਸ਼ਾਂ ਲਈ ਮੈਂ ਕੀ ਦੇ ਸਕਦਾ ਹਾਂ। ਉਸਨੇ ਪਾਪੀ ਜੀਵਨ ਨੂੰ ਪਵਿੱਤਰ ਕੀਤਾ ਅਤੇ ਨਰਕ ਵਾਲੇ ਪਰਿਵਾਰ ਨੂੰ ਸੁਧਾਰ ਦਿੱਤਾ। ਇਸ ਤਰ੍ਹਾਂ ਉਸ ਭਰਾ ਨੇ ਧੰਨਵਾਦੀ ਤੌਰ ਤੇ ਕਲਵਰੀ ਆਵਾਜ਼ ਦੀ ਸਹਾਇਤਾ ਕੀਤੀ। ਧੰਨਵਾਦੀ ਜੀਵਨ ਹੈ ਐਸਾ ਧੰਨਵਾਦੀ ਜੀਵਨ, ਅਗਰ ਹੈ ਤਾਂ ਅਸੀਂ ਚੁੱਪ ਕਿਵੇਂ ਰਵਾਂਗੇ। ਧੰਨਵਾਦੀ ਹੋ ਕੇ ਆਪਣੇ ਕੰਮਾਂ ਦੇ ਵਿੱਚ ਧੰਨਵਾਦ ਨੂੰ ਦਿਖਾਓ ਤਾਂ ਕਿੰਨਾ ਚੰਗਾ ਹੋਵੇਗਾ। ਇੱਕ ਪਾਸੇ ਤੁਹਾਡੇ ਜੀਵਨ ਨੂੰ ਮਸੀਹ ਦੀ ਸਮਾਨਤਾ ਦੇ ਵਿੱਚ ਬਦਲਣ ਦੇ ਲਈ ਪਵਿੱਤਰ ਆਤਮਾ ਦੇ ਅੱਗੇ ਪ੍ਰਾਰਥਨਾ ਕਰੋ, ਉਸੇ ਤਰ੍ਹਾਂ ਮਸੀਹ ਦੇ ਸੁਸਮਾਚਾਰ ਅਤੇ ਸੰਦੇਸ਼ਾਂ ਨੂੰ ਲੱਖਾਂ ਲੋਕਾਂ ਤੱਕ ਪਹੁੰਚਾਓ। ਪ੍ਰਭੂ ਜੀ ਮੇਰੇ ਸਾਰੇ ਭੈਣੋ ਤੇ ਭਰਾਵੋ, ਤੁਹਾਨੂੰ ਸਾਰਿਆਂ ਨੂੰ ਸ਼ਾਲੋਮ। ਤੁਸੀਂ ਠੀਕ ਹੋ? ਕਲਵਰੀ ਆਵਾਜ਼ 2003 ਤੋਂ ਸ਼ੁਰੂ ਹੋਇਆ ਅਤੇ ਅੱਜ 2023 ਨੂੰ 20 ਸਾਲ ਹੋ ਚੁੱਕੇ ਆ। ਤੁਸੀਂ ਇਸ ਟੀਵੀ ਪ੍ਰੋਗਰਾਮ ਨੂੰ ਪਿਆਰ ਕੀਤਾ, ਉਤਸ਼ਾਹਿਤ ਕੀਤਾ, ਪ੍ਰਾਰਥਨਾ ਕੀਤੀ। ਇੰਨਾ ਹੀ ਨਹੀਂ, ਆਪਣੀਆਂ ਭੇਂਟਾਂ ਦੇ ਦੁਆਰਾ ਤੁਸੀਂ ਸਾਰਿਆਂ ਨੇ ਮਦਦ ਕੀਤੀ ਆ। ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਪੂਰੇ ਦਿਲ ਤੋਂ ਧੰਨਵਾਦ ਕਰਦਾ ਹਾਂ। ਅੱਜ ਇਸ ਪ੍ਰੋਗਰਾਮ ਦੇ ਦੁਆਰਾ ਹਜ਼ਾਰਾਂ ਅਤੇ ਕਰੋੜਾਂ ਲੋਕਾਂ ਤੱਕ ਜਿਉਂਦੇ ਪਰਮੇਸ਼ਵਰ ਦੇ ਅਦਭੁਤ ਸੁਸਮਾਚਾਰ ਨੂੰ ਫੈਲਾਉਣ ਦੇ ਲਈ ਤੁਹਾਡੀ ਕੀਤੀ ਸਹਾਇਤਾ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ। ਅਤੇ ਉਸੇ ਤਰ੍ਹਾਂ ਸਾਡਾ ਇਹ ਕਲਵਰੀ ਆਵਾਜ਼ ਦਾ ਪ੍ਰੋਗਰਾਮ ਪੰਜਾਬੀ ਦੇ ਵਿੱਚ ਹੀ ਨਹੀਂ, ਭਾਰਤ ਦੇਸ਼ 'ਚ ਬੋਲੀਆਂ ਜਾਣ ਵਾਲੀਆਂ ਹਰ ਖਾਸ ਭਾਸ਼ਾ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਸੁਸਮਾਚਾਰ ਨੂੰ ਅਸੀਂ ਫੈਲਾ ਸਕੀਏ, ਮਿਹਨਤ ਕਰ ਰਹੇ ਹਾਂ। ਉਸੇ ਤਰ੍ਹਾਂ ਹਰ ਮਹੀਨੇ ਲਗਭਗ 650 ਟੀਵੀ ਪ੍ਰੋਗਰਾਮ ਚਲਾਏ ਜਾ ਰਹੇ ਆ। ਬੋਝ ਨਾਲ ਭਰੀ ਇਹ ਸੇਵਕਾਈ ਜੇ ਜਾਰੀ ਰੱਖਣੀ ਹੈ ਤਾਂ ਜ਼ਰੂਰ ਤੁਹਾਡੀ ਸਹਾਇਤਾ, ਪ੍ਰਾਰਥਨਾ ਅਤੇ ਸਹਿਯੋਗ ਬਹੁਤ ਜ਼ਰੂਰੀ ਆ। ਇੱਕ ਪ੍ਰੋਗਰਾਮ ਨੂੰ ਚਲਾਉਣ ਦੇ ਲਈ ਅਲੱਗ ਚੈਨਲਸ ਦੇ ਅਨੁਸਾਰ 20,000, 30,000, 40,000, 50,000 ਤੱਕ ਇੱਕ ਪ੍ਰੋਗਰਾਮ ਦੇ ਲਈ ਖਰਚਾ ਕਰਨਾ ਪੈਂਦਾ ਹੈ। ਜੇ ਪ੍ਰਭੂ ਤੁਹਾਨੂੰ ਉਤਸ਼ਾਹਿਤ ਕਰੇ ਇਸ ਟੀਵੀ ਪ੍ਰੋਗਰਾਮ ਦੀ ਮਦਦ ਕਰਨ ਦੇ ਲਈ, ਜੇ ਤੁਹਾਡੇ ਮਨ 'ਚ ਬੋਝ ਆਵੇ ਤਾਂ ਜ਼ਰੂਰ ਪ੍ਰਾਰਥਨਾ ਕਰਕੇ ਇਸ ਸੇਵਕਾਈ ਦੀ ਮਦਦ ਕਰੋ। ਮੈਂ ਚਾਹੁੰਦਾ ਹਾਂ ਪਿਆਰਿਓ, ਹੈਦਰਾਬਾਦ 'ਚ ਹਰ ਸ਼ਨੀਵਾਰ ਨੂੰ ਹੋਣ ਵਾਲੀ ਸਪਾਂਸਰ ਮੀਟਿੰਗ 'ਚ ਤੁਸੀਂ ਵੀ ਸ਼ਾਮਿਲ ਹੋ ਕੇ ਆਪਣੇ ਪਰਿਵਾਰ ਦੇ ਵੱਲੋਂ ਇੱਕ ਟੀਵੀ ਪ੍ਰੋਗਰਾਮ ਦੀ ਮਦਦ ਕਰੋਗੇ ਤਾਂ ਸੁਸਮਾਚਾਰ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾਏਗਾ। ਮੈਂ ਬੇਨਤੀ ਕਰਦਾ ਹਾਂ ਕਿ ਇਸ ਹਫ਼ਤੇ ਕੀ ਪਰਿਵਾਰ 'ਚ ਕਿਸੇ ਦਾ ਜਨਮ ਦਿਨ ਹੈ ਜਾਂ ਪਰਮੇਸ਼ਵਰ ਨੇ ਕੋਈ ਤੁਹਾਡੇ ਜੀਵਨ 'ਚ ਚਮਤਕਾਰ ਕੀਤਾ, ਕੀ ਤੁਹਾਡੀ ਪ੍ਰਾਰਥਨਾ ਦਾ ਉੱਤਰ ਦਿੱਤਾ? ਜੇ ਦਿੱਤਾ ਹੈ, ਕੀ ਧੰਨਵਾਦੀ ਹੋ ਕੇ ਕਲਵਰੀ ਆਵਾਜ਼ ਦੀ ਸਹਾਇਤਾ ਕਰਨਾ ਚਾਹੋਗੇ? ਜੇ ਪਰਮੇਸ਼ਵਰ ਨੇ ਸੰਤਾਨ ਦਿੱਤੀ ਆ, ਉਸ ਦਾ ਨਾਮ ਰੱਖਣਾ ਹੈ ਤਾਂ ਅੱਖਰ ਅਭਿਆਸ ਕਰਨਾ, ਮੂੰਹ ਜੂਠਾ ਕਰਵਾਉਣਾ, ਇਹਨਾਂ ਸ਼ੁਭ ਕੰਮਾਂ ਨੂੰ ਮੇਰੇ ਹੱਥਾਂ ਦੁਆਰਾ ਜੇ ਆਪਣੀ ਬੱਚਿਆਂ ਦੇ ਜੀਵਨ 'ਚ ਕਰਵਾਉਣਾ ਚਾਹੁੰਦੇ ਹੋ ਤਾਂ ਸ਼ਨੀਵਾਰ ਨੂੰ ਕਲਵਰੀ ਆਵਾਜ਼ ਟੀਵੀ ਪ੍ਰੋਗਰਾਮ ਦੀ ਸਹਾਇਤਾ ਕਰਕੇ ਆਪਣੇ ਜੀਵਨ ਦੇ ਸ਼ੁਭ ਕੰਮਾਂ ਨੂੰ ਮੇਰੇ ਨਾਲ ਸੈਲੀਬ੍ਰੇਟ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਵਾਗਤ ਕਰਦਾ ਹਾਂ। ਯਾਨੀ ਮੇਰੀ ਮਿਹਨਤ 'ਚ ਤੁਸੀਂ ਵੀ ਹਿੱਸਾ ਲੈ ਕੇ ਸੁਸਮਾਚਾਰ ਵੰਡੋ। ਤੁਹਾਡੀ ਖੁਸ਼ੀ 'ਚ ਮੈਂ ਵੀ ਹਿੱਸਾ ਲੈ ਕੇ ਮੈਂ ਵੀ ਤੁਹਾਡੀ ਖੁਸ਼ੀ ਨੂੰ ਸਾਂਝੀ ਕਰਾਂ। ਮਨ ਤੋਂ ਚਾਹੁੰਦੇ ਹੋਏ ਇਸ ਅਦਭੁਤ ਪਰਮੇਸ਼ਵਰ ਦੇ ਸੁਸਮਾਚਾਰ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਣ ਲਈ ਤੁਹਾਡੀ ਪ੍ਰਾਰਥਨਾ ਤੇ ਤੁਹਾਡੇ ਸਹਿਯੋਗ ਨੂੰ ਚਾਹੁੰਦੇ ਹੋਏ ਪ੍ਰਭੂ 'ਚ ਤੁਹਾਡਾ ਪਿਆਰਾ ਸਤੀਸ਼ ਕੁਮਾਰ। ਸਾਡਾ ਪਤਾ ਕਲਵਰੀ, ਪੋਸਟ ਬਾਕਸ ਨੰਬਰ 30, ਕੁਕਟਪੱਲੀ, ਹੈਦਰਾਬਾਦ 72।